ओम शांति सतगुरु करता पुरख च अज तुहाडा बहुत बहुत स्वागत है ते नाले नवरात्रियां दी तुहानू बहुत बहुत शुभकामनाएं। असीं अज गल करोगे भारत ते नाले भगवान भारत नू सोने देश दी सोने दी चिड़िया बोलिया जाता था ते नाले नवरात्रि च अज असीं गल करोगे कि 9 देवियां 9 नवरात्रे ते 9 देवियां दे अलग अलग गुण ਉਹ ਗੁਣਾਂ ਦੇ ਬਾਰੇ ਚ ਕੁਝ ਅਸੀਂ ਗੱਲ ਕਰਾਂਗੇ। ਆइए ਗੱਲ ਕਰਦੇ ਹਾਂ ਸਤਿਗੁਰੂ ਕਰਤਾ ਪੁਰਖ ਚ ਸਾਡੇ ਨਿਰਵੈਰ ਭਾਈ ਸਾਹਿਬ ਜਿਹੜੇ ਸਾਨੂੰ ਸਾਡੇ ਪ੍ਰਸ਼ਨਾਂ ਦਾ ਹੱਲ ਦਿੰਦੇ ਆ। ਸਤਿਗੁਰੂ ਕਰਤਾ ਪੁਰਖ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਓਮ ਸ਼ਾਂਤੀ। ਤੇ ਨਾਲੇ ਨਵਰਾਤਰੀ ਦੀ ਬਹੁਤ ਬਹੁਤ ਸ਼ੁਭਕਾਮਨਾएं। ਇਹ ਤਾਂ ਹੈ ਹੀ ਜੀ। ਨਵਰਾਤਰੀ ਆਪਣੇ ਪਿੰਡਾਂ 'ਚ ਹੁੰਦੇ ਤੇ ਘੱਟ ਤੋਂ ਘੱਟ ਉਹ ਦੇਖਦੇ ਜਾ ਕਰਕੇ ਜੀ ਬਹੁਤ ਮਜ਼ਾ ਆਤਾ। ਖੈਰ ਨਵਰਾਤਰੀ ਦੀ ਖਾਸ ਕਰ 2-3 ਦੇਵੀਆਂ ਹੈ ਜਿਹੜੀਆਂ ਮੇਰੇ ਖਿਆਲ 'ਚ ਰਹਿੰਦੀਆਂ ਹੀ। ਇੱਕ ਵਿਦਿਆ ਦੀ ਦੇਵੀ ਸਰਸਵਤੀ, दूसरी शक्ति दी देवी दुर्गा और तीसरी है धन दी देवी वो है श्री लक्ष्मी। इन्हां दी पूजा हुंदी है ज़्यादा ते, लेकिन वो जिहड़ी 8 दिन दी है जी ਉਹਦੇ 'ਚ ਜਿਹੜੀ ਦੇਵੀਆਂ ਦੇ ਨਾਂ ਆਉਂਦੇ ਉਹ ਮੈਨੂੰ ਨਹੀਂ ਆਉਂਦੇ। ਤੇ ਉਹਨਾਂ ਨੂੰ ਕੰਪੇਅਰ ਕਰਦੇ ਸਾਡੇ ਦਿਵਯ ਗੁਣਾਂ ਦੇ ਨਾਲ? ਪਤਾ ਨਹੀਂ ਮੈਨੂੰ ਤੇ ਇਸ ਚੀਜ਼ ਦਾ, ਜੋ ਸੱਚੀ ਗੱਲ ਹੈ। ਜੀ ਜੀ। ਤੇ ਜਿਹੜੇ ਤੁਸੀਂ 3 ਨਾਮ ਲਏ, ਇਹਨਾਂ ਤਿੰਨਾਂ ਦੀ ਅੱਜ ਸਾਨੂੰ ਦਿਵਯ ਮਤਲਬ ਜਿਹੜੇ ਵਿਦਿਆ, ਲక్ష్ਮੀ ਤੇ ਇੱਕ ਹੋਰ ਲਿਆ ਤੁਸੀਂ। ਦੇਖੋ ਜਦੋਂ ਸਕੂਲ ਦਾ ਪੜ੍ਹਾਈ ਦਾ ਕਨੈਕਸ਼ਨ ਆਉਂਦਾ ਹੀ ਜਾਂ ਆਰਟਸ ਦੀ ਗੱਲ ਆਉਂਦੀ ਹੈ, ਸੰਗੀਤ ਦੀ ਗੱਲ ਆਉਂਦੀ ਹੈ, ਡਾਂਸਿਸ ਦੀ ਗੱਲ ਆਉਂਦੀ ਹੈ, ਉਹ ਸਾਰੀ ਤੇ ਉਹਦੇ ਵਾਸਤੇ ਖਾਸ ਸਰਸਵਤੀ ਪੂਜਨ ਹੁੰਦਾ ਹੈ ਜੀ। ਕਿਉਂਕਿ ਮਾਂ ਸਰਸਵਤੀ ਨੂੰ ਮੰਨਿਆ ਜਾਂਦਾ ਹੈ ਕਿ ਉਹ ਵਿਦਿਆ ਦੀ ਦੇਵੀ ਹੈ। ਜੀ। ਜਦੋਂ ਵੀ ਸਕੂਲ ਸ਼ੁਰੂ ਹੁੰਦੇ ਆ ਭਾਰਤ 'ਚ ਤੇ ਪਹਿਲੇ ਦਿਨ ਉੱਥੇ ਸਾਰੇ ਸਕੂਲਾਂ 'ਚ ਇੱਥੇ ਸਰਸਵਤੀ ਵੰਦਨਾ ਦਾ ਪ੍ਰੋਗਰਾਮ ਹੁੰਦਾ ਹੈ। और फिर उस तो बाद जो अलग अलग देवियां है, अष्ट शक्तियां, उन्हां दी भी पूजा हुंदी है अपने अपने हिसाब नाल। फाइनली फिर दुर्गा पूजा मनी जाती है। मतलब बुराई ते अच्छाई दी जीत दी जड़ी एक सिंबॉलिक निशानी है, माता दे रूप च शक्ति रूपा जिन्हों कहा जाता है। तो सर्व शक्ति स्वरूपा दुर्गा माता नूं कहा जाता है तो वो कुमारी। जिन्नी भी देवियां दी पूजा होंदी वो कुमारियां ही हैगियां। कुमारी है लेकिन इतनी शक्ति उन्हां च है, ਉਹਦੇ 'ਚ कई गुण दिखाए हुए ने। हथ च अलग अलग औजार भी हैगे आ, नैना च उस अपने मानवता ਲਈ ਜਿਹੜਾ ਪਿਆਰ ਹੈ ਉਹਦਾ ਥੋੜਾ ਉਹ ਵੀ ਰੂਪ ਉਹਦੇ 'ਚ ਹੈਗਾ। ਔਰ ਫਿਰ ਉਸ ਦੇ ਨਾਲ ਜੋ बुराई है
ਉਹਨੂੰ ਖਤਮ ਕਰਨ ਦਾ ਇੱਕ ਸਿੰਬਲ ਬਣਿਆ ਹੋਇਆ ਹੈ। ਜਿਸ ਤਰ੍ਹਾਂ ਇਹ ਕੀ ਕਹੀਏ ਉਹਨੂੰ, ਉਹਦਾ ਮਤਲਬ ਇੱਕ ਦੈਤ ਦਾ ਰੂਪ ਦਿਖਾਇਆ ਹੋਇਆ ਹੀ, ਉਸ ਨੂੰ ਉਹ ਖਤਮ ਕਰਦੇ। ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਹੁਣ ਸਾਨੂੰ ਜੋ ਗਿਆਨਵਾਨ ਲੋਕ ਨੇ ਉਹਨਾਂ ਨੂੰ ਸਮਝ ਆਉਂਦੀਆਂ ਕਿ ਜਦੋਂ ਤੁਸੀਂ ਅਧਿਆਤਮਿਕ ਸਿੱਖਿਆ ਪ੍ਰਾਪਤ ਕਰਦੇ ਹੋ ਤੇ ਤੁਹਾਡੇ ਮਨ 'ਚ ਬੜੀ ਪਵਿੱਤਰਤਾ ਆ ਜਾਂਦੀ ਹੈ ਔਰ ਆਧਿਆਤਮਿਕ ਸਿੱਖਿਆ ਦੀ ਦੇਵੀ ਸਰਸਵਤੀ ਪ੍ਰੈਕਟੀਕਲ 'ਚ ਵੀ ਅਸੀਂ ਦੇਖੀ, ਮਾਤੇਸ਼ਵਰੀ ਸਰਸਵਤੀ, ਉਹਨੂੰ ਜਗਦੰਬਾ ਵੀ ਕਹਿੰਦੇ ਸੀ। ਤੇ ਪ੍ਰੈਕਟੀਕਲ ਉਹਨਾਂ ਦੀ ਲਾਈਫ ਇਹੋ ਜਿਹੀ ਸੀ ਜਿਹੜੀ ਐਮਬੋਡੀਮੈਂਟ ਆਫ ਪਿਓਰ ਕੌਨਸ਼ੀਅਸਨੈਸ, ਪਿਓਰ ਫੀਲਿੰਗਸ ਔਰ ਪਿਉਰਿਟੀ ਪਾਰ ਐਕਸੈਲੈਂਸ, ਇਹ ਸਾਰੀਆਂ ਗੱਲਾਂ ਹੈਗੀਆਂ ਸੀ। ਤੇ ਇਹ ਜਦੋਂ ਅਲੱਗ ਅਲੱਗ ਜੋ ਸ਼ਕਤੀਆਂ ਹੈਗੀਆਂ ਉਹ ਜਦੋਂ ਉਹਨਾਂ ਦੀ ਪੂਜਾ ਭਗਤੀ ਮਾਰਗ 'ਚ ਹੈ, ਲੇਕਿਨ ਉਹਦੀ ਜਿਹੜਾ ਸਰੂਪ ਹੈ ਉਹ ਮਾਨਵਤਾ 'ਚ ਅਗਰ ਆ ਜਾਂਦਾ ਹੀ ਤੇ ਫਿਰ ਰਾਵਣ ਦੇ ਉੱਪਰ ਵਿਜੇ ਹੋ ਜਾਂਦੀ ਹੈ। 5 ਵਿਕਾਰ ਜਿਹੜੇ ਆ, ਇਸਤਰੀ ਦੇ, 5 ਪੁਰਸ਼ ਦੇ ਔਰ ਅਗਿਆਨਤਾ ਦੀ ਨਿਸ਼ਾਨੀ ਸਿਰ 'ਤੇ ਉਹ ਉੱਪਰ ਰਾਵਣ ਦੇ ਸਿਰ 'ਤੇ ਗਧੇ ਦਾ ਸਿਰ ਰੱਖਦੇ ਆ। ਤੇ ਉਹ ਸਾਰੀਆਂ ਨਿਸ਼ਾਨੀਆਂ ਹੈਗੀਆਂ ਹੀ ਕਿ ਅਹੰਕਾਰ ਹੈ ਔਰ ਦੂਸਰੇ ਵਿਕਾਰ ਹੈਗੇ ਆ, ਉਹਨਾਂ ਸਭ ਦਾ ਖਾਤਮਾ ਹੁੰਦਾ ਹੀ ਫਿਰ ਜਦੋਂ ਨਾਰੀ ਸ਼ਕਤੀ ਜਿਹੜੀ ਉਹ ਸ਼ਿਵ ਸ਼ਕਤੀ ਬਣ ਕਰਕੇ ਦੁਰਗਾ ਦੀ ਤਰ੍ਹਾਂ ਉਹਦਾ ਖਾਤਮਾ ਕਰਦੀ। ਤੇ ਉਹ ਅੱਜ ਦੀ ਦੁਨੀਆ 'ਚ ਇਸ ਵੇਲੇ ਅਸੀਂ ਪ੍ਰੈਕਟੀਕਲ ਦੇਖ ਰਹੇ ਕਿ ਗਿਆਨ ਔਰ ਯੋਗ ਦੀ ਸ਼ਕਤੀ ਨਾਲ ਬ੍ਰਹਮਾ ਕੁਮਾਰੀ ਭੈਣਾਂ ਜਨ ਜਨ ਨੂੰ ਗਿਆਨ ਦੇ ਕਰਕੇ ਉਹਨਾਂ ਦੇ ਜੀਵਨ ਨੂੰ ਪਵਿੱਤਰ ਬਣਾ ਰਹੀਆਂ ਸਭ ਨੂੰ। ਜੀ ਜੀ ਜੀ। ਤੇ ਪ੍ਰੈਕਟੀਕਲ ਹੋ ਰਿਹਾ ਹੀ ਇਸ ਵੇਲੇ। ਔਰ ਜਦੋਂ ਇਹ ਹੋ ਜਾਏਗਾ ਤੇ ਫਿਰ ਆਉਣ ਵਾਲਾ ਸਤਯੁਗ ਜਿਹਦੇ 'ਚ ਮੁਰਲੀ ਮਨੋਹਰ, ਮੁਰਲੀਧਰ, ਸ਼੍ਰੀ ਕ੍ਰਿਸ਼ਨ ਨੂੰ ਸਭ ਬੜਾ ਪਿਆਰ ਕਰਦੇ ਨੇ ਤੇ ਉਹ ਫਿਰ ਸਭ ਦਾ ਪਿਆਰਾ ਸ਼੍ਰੀ ਕ੍ਰਿਸ਼ਨ ਫਿਰ ਇਸ ਸ੍ਰਿਸ਼ਟੀ 'ਤੇ ਆ ਜਾਣਗੇ। ਜੀ, ਤੁਸੀਂ ਵਿਦਿਆ ਦੇ ਬਾਰੇ 'ਚ ਬੋਲਿਆ ਤੇ ਇਹ 2 ਦੇਵੀਆਂ ਹੋਰ ਦੱਸੀ, ਇੱਕ ਧਨ ਮਤਲਬ ਲਕਸ਼ਮੀ ਦੀ। ਸ਼੍ਰੀ ਲਕਸ਼ਮੀ ਦੀ ਤਾਂ ਫਿਰ ਬੜਾ ਉਹਦਾ ਹਿਸਾਬ ਹੈ ਕਿ ਪਹਿਲੇ ਸਾਰਾ ਜਿਹੜਾ ਵਾਤਾਵਰਨ ਹੈ 5 ਵਿਕਾਰਾਂ ਰੂਪੀ ਰਾਵਣ ਦਾ, ਪਹਿਲੇ ਇਹਦਾ ਅਗਨੀ ਸੰਸਕਾਰ ਹੋ ਜਾਏ, ਖਤਮ ਹੋ ਜਾਏ। ਉਸ ਤੋਂ ਬਾਅਦ ਫਿਰ 20-21 ਦਿਨ ਲੱਗਦੇ ਆ ਸ਼ਾਂਤੀ ਹੋਣ 'ਚ, ਠੰਡਾ ਹੋਣ 'ਚ। ਉਸ ਤੋਂ ਬਾਅਦ ਫਿਰ ਸ਼੍ਰੀ ਲਕਸ਼ਮੀ ਦੀ ਪੂਜਾ ਹੁੰਦੀ ਹੈ। ਦੀਵਾਲੀ ਜਿਹਨੂੰ ਕਹਿੰਦੇ, ਦੀਵਾਲੀ 'ਤੇ ਦੀਪਕ ਜਲਾਉਂਦੇ ਨੇ ਔਰ ਸ਼੍ਰੀ ਲਕਸ਼ਮੀ ਦੀ ਪੂਜਾ ਹੁੰਦੀ ਹੈ। ਕਹਿੰਦੇ ਸਾਡੇ ਘਰ ਸ਼੍ਰੀ ਲਕਸ਼ਮੀ ਆਈ ਹੈ। ਤੇ ਸ਼੍ਰੀ ਲਕਸ਼ਮੀ ਕਿਹਦੇ ਘਰ ਜਾਏਗੀ? ਸ਼੍ਰੀ ਨਾਰਾਇਣ ਦੇ ਘਰ 'ਚ।
ਮਤਲਬ ਜਦੋਂ ਸ੍ਰੀ ਲక్ష్ਮੀ ਸ੍ਰੀ ਨਾਰਾਇਣ ਦੇ ਰੂਪ 'ਚ ਇਤਨੇ ਮਤਲਬ ਤਿਆਰ ਹੋ ਜਾਣ ਦੇਵੀ ਦੇਵਤਾ, ਤਾਂ ਇਸ ਦੁਨੀਆ 'ਚ ਦੇਵੀ ਦੇਵਤਿਆਂ ਦਾ ਰਾਜ ਸ਼ੁਰੂ ਹੁੰਦਾ ਹੈ। ਜੀ ਜੀ। ਤੇ ਨਾਲੇ ਜਿੱਦਾਂ ਕੋਈ ਵੀ ਤਿਉਹਾਰ ਆਂਦਾ, ਜਿੱਦਾਂ ਨਵਰਾਤਰੇ ਹੈ, ਇਸ 'ਚ ਜਿੱਦਾਂ ਲੋਕੀ ਫਾਸਟ ਰੱਖਦੇ, ਵਰਤ ਰੱਖਦੇ, ਇਹ ਵਰਤ ਦਾ ਕੀ ਮਤਲਬ ਹੈ? ਕਿ ਵਰਤ ਦਾ ਮਤਲਬ ਤੇ ਇਹੀ ਹੈ ਕਿ ਇੱਕ ਜਿਹੜੀ ਜੀਵਨ ਦੀ ਯਾਤਰਾ ਚੱਲਦੀ ਹੈ ਤੇ ਉਹਦੇ 'ਚ ਇੱਕ ਬ੍ਰੇਕ ਲੱਗਦੀ ਹੈ। ਆਦਮੀ ਸ਼ਾਂਤੀ ਨਾਲ ਬੈਠ ਕੇ ਸੋਚ ਸਕਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਇਹ ਸਭ ਠੀਕ ਹੈ। ਔਰ ਉਹਦੇ 'ਚ ਵੀ ਖਾਸ ਵਰਤ ਦਾ ਮਤਲਬ ਹੈ ਥੋੜਾ ਜਿਹਾ ਆਪਣੇ ਆਪ ਤੇ ਥੋੜਾ ਕੰਟਰੋਲ ਰੱਖਣਾ। ਹੁਣ ਭੋਜਨ ਨਾ ਕਰੋ, ਪਾਣੀ ਨਾ ਪੀਓ, ਤੇ ਉਹ ਸਿੰਬੋਲਿਕ ਹੈ ਇਸ ਚੀਜ਼ ਦਾ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ। ਅੱਛਾ। ਨਹੀਂ ਤੇ ਸਿਰਫ ਤੁਸੀਂ ਰੋਟੀ ਨਾ ਖਾਓ, ਭੁੱਖ ਲੱਗੇਗੀ ਤੇ ਫਿਰ ਤੁਹਾਨੂੰ ਮੁਸ਼ਕਿਲ ਆ ਜਾਏਗੀ। ਅੰਦਰ ਉਹ ਕੀ ਕਹਿੰਦੇ ਉਹਨੂੰ, ਮਿਆਉ ਮਿਆਉ ਕਿਆ ਖਾऊं। ਲੇਕਿਨ ਜਦੋਂ ਵਰਤ ਰੱਖਦੇ ਆ ਤੇ ਬੜੀ ਭਾਵਨਾ ਹੁੰਦੀ ਹੈ ਤੇ ਬੜੇ ਪਵਿੱਤਰਤਾ ਨਾਲ, ਬੜੇ ਪਵਿੱਤਰ ਮਨ ਦੇ ਨਾਲ, ਬੜੇ ਉੱਚ ਭਾਵਨਾ ਨਾਲ ਕਿ ਜਦੋਂ ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਥੋੜਾ ਪਰਹੇਜ਼ ਰੱਖਾਂਗੇ ਖਾਣ ਪਾਣ ਦਾ, ਤੇ ਉਹਦੇ ਨਾਲ ਸਾਡੇ ਅੰਦਰ ਪਿਉਰਿਟੀ ਆਏਗੀ। ਔਰ ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਲక్ష్ਮੀ ਆਉਂਦੀ ਉੱਥੇ ਹੈ ਜਿੱਥੇ ਪਿਉਰਿਟੀ ਹੈਗੀ। ਉਹਦੀ ਨਿਸ਼ਾਨੀ ਹੈ ਕਿ ਦੀਵਾਲੀ ਤੋਂ ਪਹਿਲੇ ਸਭ ਲੋਕ ਆਪਣੇ ਆਪਣੇ ਘਰ ਨੂੰ ਅੱਛੀ ਤਰ੍ਹਾਂ ਸਾਫ਼ ਕਰਦੇ ਨੇ, ਵਾਈਟ ਵਾਸ਼ ਕਰਦੇ ਹੈ, ਰੀਪੇਂਟਿੰਗ ਕਰਦੇ ਹੈ, ਮਤਲਬ ਤਾਂ ਕਿ ਸ੍ਰੀ ਲక్ష్ਮੀ ਦਾ ਆਵਾਹਨ ਜਦੋਂ ਕਰਨ ਤੇ ਉਹਨਾਂ ਦੇ ਯੋਗ ਉਹ ਘਰ ਬਿਲਕੁਲ ਸਾਫ਼ ਸਵੱਛ ਚਾਹੀਦਾ। ਅੱਛਾ। ਔਰ ਉਸ ਵੇਲੇ ਉਹ ਖਾਸ ਅਗਰਬੱਤੀ ਜਲਾਉਣਗੇ ਔਰ ਥੋੜਾ ਭਗਤੀ ਭਾਵ ਨਾਲ ਉਹਨਾਂ ਦਾ ਚਿੱਤਰ ਰੱਖਣਗੇ, ਦੀਪਕ ਜਲਾਉਣਗੇ, ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ। ਤੇ ਉਹ ਨਿਸ਼ਾਨੀ ਹੈਗੀ ਹੈ ਕਿ ਜਦੋਂ ਸ੍ਰੀ ਲక్ష్ਮੀ ਦਾ ਆਵਾਹਨ ਹੁੰਦਾ ਈ, ਸ੍ਰੀ ਲక్ష్ਮੀ ਆਉਂਦੇ ਨੇ ਤੇ ਉਸ ਵੇਲੇ ਅੰਧੇਰਾ ਨਹੀਂ ਹੁੰਦਾ। ਵੈਸੇ ਦੀਵਾਲੀ ਮਨਾਈ ਜਾਂਦੀ ਹੈ, ਦਿਨ ਜਿਹੜਾ ਹੁੰਦਾ ਈ ਉਹ ਅਮਾਵਸ ਹੁੰਦੀ ਹੈ, ਅਮਾਵਸ ਮਨਾ ਅੰਧੇਰਾ। ਲੇਕਿਨ ਸ੍ਰੀ ਲక్ష్ਮੀ ਅੰਧੇਰੇ 'ਚ ਨਹੀਂ ਆਉਂਦੀ, ਉਹ ਲਾਈਟ ਚਾਹੀਦੀ ਹੈ। ਇਸੇ ਤਰ੍ਹਾਂ ਹੀ ਹਿਊਮਨ ਮਾਈਂਡ ਦਾ ਜਿਹੜਾ ਕਨੈਕਸ਼ਨ ਹੈ ਇਹਦੇ 'ਚ, ਕਿ ਉਹ ਵੀ ਐਨਲਾਈਟਨਡ ਹੋਣਾ ਚਾਹੀਦਾ, ਜਾਗ੍ਰਿਤ ਚਾਹੀਦਾ ਹੀ। ਕੋਈ ਸੋਇਆ ਰਹੇ ਤਾਂ ਸੋਚੇ ਵੀ ਲక్ష్ਮੀ ਜੀ ਆ ਕੇ ਮੈਨੂੰ ਵਰਦਾਨ ਦੇ ਜਾਏਗੀ, ਉਹ ਨਹੀਂ ਹੋਏਗਾ। ਅਗਿਆਨ ਨੀਂਦ 'ਚ ਨਾ ਸੌਣਾ। ਤੇ ਗਿਆਨਵਾਨ ਬੜੇ ਅੱਛੀ ਤਰ੍ਹਾਂ, ਔਰ ਫਿਰ ਦੀਪਮਾਲਾ ਜਿਹੜੀ ਹੁੰਦੀ ਹੈ ਉਹਦੇ 'ਚ ਵੀ ਬੜਾ ਰਹੱਸ ਹੈ ਕਿ ਇੱਕ ਦੀਪਕ ਜਗਾਉਂਦੇ ਆ ਜੀ,
ਔਰ ਉਹ ਇੱਕ ਦੀਪਕ ਦੇ ਨਾਲ ਫਿਰ ਦੂਸਰਾ ਇੱਕ ਇੱਕ ਕਰਕੇ ਦੀਪਕ ਜਲਦੇ ਨੇ, ਜੀ ਜੀ ਮਾਲਾ ਬਣ ਜਾਂਦੀ ਹੈ। ਤੇ ਉਹ ਵੀ ਇੱਕ ਨਿਸ਼ਾਨੀ ਹੈ ਕਿ ਜਦੋਂ ਪਰਮਾਤਮਾ ਇਸ ਸ੍ਰਿਸ਼ਟੀ ਤੇ ਆਉਂਦੇ ਨੇ ਤੇ ਪਹਿਲੇ ਪਹਿਲੇ ਇੱਕ ਆਤਮਾ ਦਾ ਦੀਪਕ ਜਲਾਉਂਦੇ ਆ। ਪਰਮਾਤਮਾ ਆ ਕੇ ਬ੍ਰਹਮਾ ਪਿਤਾ ਦਾ ਗਿਆਨ ਦੀਪ ਜਲਾਉਂਦੇ ਆ, ਔਰ ਉਹ ਫਿਰ ਸਭ ਦੇ ਹੋਰਨਾਂ ਦੇ ਵੀ ਦੀਪ ਜਲਾਉਂਦੇ ਨੇ। ਅੱਜ ਦੀ ਮੁਰਲੀ ਸੁਣੀ ਤੁਸੀਂ, ਤੇ ਉਹਦੇ 'ਚ ਵੀ ਇਕੱਲੇ ਬ੍ਰਹਮਾ ਬਾਬਾ ਨਹੀਂ, ਲੇਕਿਨ ਬੱਚਿਆਂ ਨੂੰ ਵੀ ਆਪ ਸਮਾਨ ਬਣਾਉਂਦੇ ਨੇ। ਤੇ ਜਦੋਂ ਘਰ ਘਰ ਵਿੱਚ ਇਸ ਤਰ੍ਹਾਂ ਦੀਪਕ ਜਲ ਜਾਂਦੇ ਆ ਤੇ ਸਾਰੇ ਸ੍ਰਿਸ਼ਟੀ ਤੇ ਦੀਵਾਲੀ ਹੋ ਜਾਂਦੀ ਹੈ, ਲਾਈਟ ਮੈ ਹੋ ਜਾਂਦਾ ਹੀ, ਔਰ ਸ੍ਰੀ ਲਕਸ਼ਮੀ ਦਾ ਵਾਸ ਹੁੰਦਾ ਹੀ, ਔਰ ਦੇਵੀ ਦੇਵਤਿਆਂ ਦਾ ਆਵਾਨ ਹੁੰਦਾ ਹੀ। ਕਿਉਂਕਿ ਤੁਸੀਂ ਜਾਣਦੇ ਹੋ ਜਦੋਂ ਇਹ ਸ੍ਰੀ ਲਕਸ਼ਮੀ ਦਾ ਪੂਜਨ ਕਰਦੇ ਆ ਤੇ ਉਹਦੇ ਨਾਲ ਗਣਪਤੀ ਨੂੰ ਵੀ ਬਿਠਾ ਦਿੰਦੇ ਆ, ਔਰ ਉਹ ਝਾਂਝ ਵਜਾਉਣ ਵਾਲਾ ਕਿਆ ਨਾਮ ਹੈ, ਨਾਰਦ ਜੀ, ਉਹ ਵੀ ਉਹਨਾਂ ਦਾ ਵੀ ਉਹ ਰੂਪ ਦਿਖਾਉਂਦੇ ਨੇ। ਤੇ ਨਿਸ਼ਾਨੀਆਂ ਹੈਗੀਆਂ ਹੀ ਕਿ ਗਿਆਨਵਾਨ ਲੋਕ ਜਿੰਨੇ ਵੀ ਹੋਣਗੇ ਤੇ ਉਹ ਬੜੇ ਪਵਿੱਤਰ ਜੀਵਨ ਉਹਨਾਂ ਦੀ ਹੋਏਗੀ, ਔਰ ਇਸ ਕਰਕੇ ਉਹਨਾਂ ਦਾ ਮਨ ਦਾ ਦੀਪ ਸਦਾ ਜਲਿਆ ਰਹੇਗਾ, ਰੋਸ਼ਨੀ 'ਚ ਰਹਿਣਗੇ ਉਹ, ਔਰ ਇਸ ਕਰਕੇ ਬੜੇ ਹੀ ਸੁਖੀ ਰਹਿਣਗੇ। ਹੁਣ ਸੁੱਖ ਦਾ ਆਧਾਰ ਹੈਗਾ ਹੀ ਤਨ ਵੀ ਤੰਦਰੁਸਤ, ਮਨ ਵੀ ਸਵੱਛ, ਧਨ ਵੀ ਇਨਫ, ਬਹੁਤ ਧਨ, ਹਰ ਤਰ੍ਹਾਂ ਹੈਲਥ ਵੀ ਬਹੁਤ ਅੱਛੀ, ਔਰ ਆਪਸ 'ਚ ਰਿਸ਼ਤੇ ਵੀ ਬੜੇ ਕਿਆ ਕਹਿੰਦੇ ਉਹਨੂੰ, ਬੜੇ ਮਿਠਾਸ ਵਾਲੇ। ਤੇ ਉਹ ਤਾਂ ਫਿਰ ਉਹਦਾ ਹੀ ਨਾਂ ਸਤਿਯੁਗ ਕਹਿੰਦੇ ਆ। ਹੈ ਤੇ ਇਸੇ ਦੁਨੀਆ 'ਚ ਮਨੁੱਖ ਆਤਮਾ ਦੀ ਗੱਲ ਹੈ, ਪਰ ਉਹਨਾਂ ਦਾ ਸਰੂਪ ਉਸ ਵੇਲੇ ਹੈ ਤੇ ਮਨੁੱਖ, ਪੂਰਾ ਦਾ ਜਿਹੜਾ ਸੋਚ ਹੈ, ਜਿਹੜਾ ਬੋਲਣਾ ਹੈ, ਜਿਹੜਾ ਦੇਖਣਾ ਹੈ, ਜਿਹੜਾ ਕਰਮ ਹੈ, ਉਹ ਸਾਰਾ ਬੜਾ ਹੀ ਸਤੋ ਪ੍ਰਧਾਨ ਹੈ। ਤਾਂ ਸਤੋ ਪ੍ਰਧਾਨ ਹੋਣ ਕਰਕੇ ਉਹ ਸਤਿਯੁਗ ਕਹਿਲਾਉਂਦਾ ਹੈ। ਤੇ ਸਤਿਯੁਗ ਦਾ ਸ਼ੁਰੂਆਤ ਜੋ ਮੰਨੀ ਜਾਂਦੀ ਹੈ, ਬਾਬਾ ਨੇ ਮਹਾਂਵਾਕਿਆਂ 'ਚ ਦੱਸਿਆ ਹੀ ਕਿ ਸ੍ਰੀ ਕ੍ਰਿਸ਼ਨ ਔਰ ਰਾਧੇ, ਸ੍ਰੀ ਰਾਧੇ ਔਰ ਸ੍ਰੀ ਕ੍ਰਿਸ਼ਨ ਜਦੋਂ ਵੱਡੇ ਹੋ ਜਾਂਦੇ ਆ, ਅਲੱਗ ਅਲੱਗ ਆਪਣੇ ਆਪਣੇ ਰਾਜਾਂ 'ਚ ਹੁੰਦੇ ਆ, ਫਿਰ ਉਹਨਾਂ ਦਾ ਸਵੰਵਰ ਹੁੰਦਾ, ਔਰ ਸਵੰਵਰ ਤੋਂ ਬਾਅਦ ਜਦੋਂ ਉਹ ਗੱਦੀ 'ਤੇ ਬੈਠਦੇ ਆ, ਉਸ ਦਿਨ ਤੋਂ ਨਇਆ ਸੰਮਤ ਸ਼ੁਰੂ ਹੁੰਦਾ ਹੈ। 111 ਸਤਿਯੁਗ ਦਾ ਵਿਸ਼ੇਸ਼ ਪ੍ਰਾਰੰਭ ਹੁੰਦਾ ਹੈ। ਤੇ ਇਸ ਕਰਕੇ ਜੋ ਕੁਛ ਵੀ ਇਹ ਪੂਜਾ ਪਾਠ ਕਰਦੇ ਆ, ਉਹ ਜੋ ਪ੍ਰੈਕਟੀਕਲ ਹੁੰਦਾ ਹੈ, ਉਹਦੀਆਂ ਨਿਸ਼ਾਨੀਆਂ ਹੈਗੀਆਂ। ਤੇ ਕਿਆ ਇਹ ਤਿਉਹਾਰ ਜਿੱਦਾਂ ਹੁੰਦੇ, ਇਹ ਸਤਿਯੁਗ 'ਚ ਵੀ ਮਨਾਏ ਜਾਣਗੇ? ਸਤਿਯੁਗ 'ਚ ਤਿਉਹਾਰ ਇਸ ਤਰ੍ਹਾਂ ਤਾਂ ਨਹੀਂ ਮਨਾਏ ਜਾਂਦੇ, ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਸ੍ਰੀ ਲਕਸ਼ਮੀ ਸ੍ਰੀ ਨਾਰਾਇਣ ਦਾ ਸਵੰਵਰ ਹੋਏਗਾ ਤੇ ਖੁਸ਼ੀ ਦੀ ਗੱਲ ਹੈ ਉਸ ਵੇਲੇ, ਤੇ ਉਹ ਲਾਈਟਾਂ ਵੀ ਬਹੁਤ ਅੱਛੀਆਂ ਹੋਣਗੀਆਂ, ਔਰ ਖੁਸ਼ੀ ਮਨਾਉਣ ਵਾਸਤੇ ਰਾਸ ਇਹ ਉਹ ਸਭ ਕੁਛ ਹੋਏਗਾ। ਖਾਣ ਪਾਣ ਦੇ ਬੜੇ, ਉਹ ਕੀ ਕਹਿੰਦੇ ਉਹਨੂੰ, ਦੇਵੀ ਦੇਵਤਿਆਂ ਦੇ ਅੱਗੇ ਜਿਹੜੇ ਕਿਤਨੇ ਪ੍ਰਕਾਰ ਦੇ ਵਿਅੰਜਨ ਰੱਖੇ ਜਾਂਦੇ ਆ, ਕੋਈ 36 ਪ੍ਰਕਾਰ ਕਹਿੰਦਾ ਹੀ, ਕੋਈ 56 ਪ੍ਰਕਾਰ ਕਹਿੰਦਾ ਹੀ। ਤੇ ਉਹ ਇਸ ਤਰ੍ਹਾਂ ਮਤਲਬ ਇੱਕ ਪ੍ਰੋਸਪੈਰਿਟੀ ਦੀ ਨਿਸ਼ਾਨੀ ਆ ਉਹ।
ਧਨ ਧਾਨਯ ਸੰਪੰਨ ਪ੍ਰੈਕਟੀਕਲ ਹੈਗੇ। ਹਾਂਜੀ ਜੀ। ਤੇ ਇਸ 'ਚ ਹੀ ਇੱਕ ਪ੍ਰਸ਼ਨ ਇਹ ਹੈ ਕਿ ਕਿਆ ਭਾਰਤ ਮਤਲਬ ਅਸੀਂ ਗੱਲ ਕਰੇਗਾ, ਸਾਡਾ ਟੌਪਿਕ ਇਹ ਥਾ ਭਾਰਤ ਤੇ ਨਾਲੇ ਭਗਵਾਨ। ਅੱਜ ਥੋੜਾ ਜਿਹਾ ਪ੍ਰਸ਼ਨ ਇਹ ਹੈ ਕਿ ਰਾਜਨੀਤਿਕ ਥੋੜਾ ਪ੍ਰਸ਼ਨ ਆਇਆ ਮੇਰਾ ਇਸ 'ਚ, ਕਿਆ ਭਾਰਤ ਜਾਂ ਵਿਸ਼ਵ ਪ੍ਰਜਾਤੰਤਰ ਇਸ 'ਚ ਸੁਖੀ ਤੇ ਸ਼ਾਂਤ ਰਹਿ ਸਕਦਾ? ਤੁਹਾਡੇ ਸਾਹਮਣੇ ਆ ਕਿੰਨਾ ਸੁਖੀ ਹੈ। ਬਸ ਸ਼ੇਸ਼ ਸਭ ਠੀਕ। ਜੀ। योग्यता चाहिए है। श्री नारायण और श्री लक्ष्मी ਉਹਨਾਂ 'ਚ ਇਤਨੀ ਯੋਗਤਾ ਹੈਗੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਦੇ ਕਮਾਂਡ ਰਿਸਪੈਕਟ ਫਰੋਮ ਐਵਰੀਬਾਡੀ, ਦੇ ਡੋਂਟ ਡਿਮਾਂਡ। ਔਰ ਅੱਜ ਦੀ ਦੁਨੀਆ 'ਚ ਕੀ ਹੈਗਾ ਜੀ, ਵੋਟਾਂ ਦਿਓ, ਮੈਨੂੰ ਇਹ ਪਦ ਦਿਓ, ਮੈਨੂੰ ਮਿਨਿਸਟਰ ਬਣਾਓ, ਮੈਨੂੰ MLA ਬਣਾ ਦਿਓ, ਮੈਨੂੰ ਆਪਣੇ ਹੋਰ ਕਿਸੇ ਦਾ ਚੇਅਰਮੈਨ ਬਣਾ ਦਿਓ। ਮਤਲਬ ਮੰਗਦੇ ਹੀ ਰਹਿੰਦੇ ਆ। ਇਹਨੂੰ ਕਹਿੰਦੇ ਮੰਗਦੇ ਰਹਿਣ ਨਾਲ ਹੀ ਦੁਨੀਆ। ਤੇ ਇਹ ਦੇਵੀ ਦੇਵਤਾ ਨਹੀਂ ਹੈਗੇ। ਤੇ ਦੇਵੀ ਦੇਵਤਾ ਹੈਗੇ ਆ, ਉੱਥੇ ਕੋਈ ਮੰਗਣ ਦੀ ਲੋੜ ਹੀ ਨਹੀਂ। ਇੱਛਾ ਮਾਤਰਮ ਅਵਿਦਿਆ। ਇਤਨੇ ਸੁਖੀ ਰਹਿੰਦੇ ਆ। ਜੀ। ਤੇ ਅਗਲਾ ਪ੍ਰਸ਼ਨ ਇਹ ਹੈ ਮੇਰਾ ਕਿ ਭਾਰਤ 'ਚ ਜਿਹੜੇ ਵਿਭਿੰਨ ਸਭਿਅਤਾਵਾਂ ਜਿਹੜੇ ਸਭਿਅਤਾ ਤੇ ਨਾਲੇ ਜਿਤਨੇ ਵੀ ਦੇਸ਼ ਹੈ ਉਹਨਾਂ ਨੇ ਰਾਜ ਕੀਤਾ ਵਾ, ਤੇ ਕਿਆ ਸਾਡੇ ਦ੍ਰਿਸ਼ਟੀਕੋਣ 'ਚ ਉਹਨਾਂ ਦੇ ਪ੍ਰਤੀ ਸ਼ਤਰੂਤਾ ਜਾਂ ਘ੍ਰਿਣਾ ਹੋਣੀ ਚਾਹੀਦੀ ਜਾਂ ਫਿਰ ਨਹੀਂ ਹੋਣੀ ਚਾਹੀਦੀ, ਜਾਂ ਉਹਨਾਂ ਦਾ ਰਾਜ ਕਰਨਾ ਅਨਾਧਿਕਾਰ ਥਾ? ਇਹ ਇੱਕ ਥੋੜਾ ਰਾਜਨੀਤਿਕ ਪ੍ਰਸ਼ਨ ਹੈ ਸਾਡਾ। ਬੜੀ ਸਿੱਧੀ ਜੀ ਗੱਲ ਹੈ। ਤੁਸੀਂ ਹਿਸਟਰੀ ਅਗਰ ਪੜ੍ਹੋ ਨਾ, ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਤਾਈਂ ਆਪਸ 'ਚ ਹਿੰਦੁਸਤਾਨ 'ਚ ਰਹਿਣ ਵਾਲੇ ਜੋ ਵੀ ਪ੍ਰਿੰਸ ਪ੍ਰਿੰਸੈਸ ਹੈਗੇ ਸੀ, ਉਹ ਆਪਸ 'ਚ ਪ੍ਰੇਮ ਭਾਵ ਨਾਲ ਰਹਿੰਦੇ ਸੀ। ਤੇ ਕੋਈ ਦੀ ਤਾਕਤ ਨਹੀਂ ਸੀ ਇੱਥੇ ਆ ਕਰਕੇ ਕੁਛ ਰਾਜ ਕਰ ਸਕੇ। ਲੜਾਈ ਵੀ ਕਰੇ ਤੋ ਵੀ ਨਹੀਂ, ਹਿੰਮਤ ਹੀ ਨਹੀਂ ਸੀ। ਲੇਕਿਨ ਫਿਰ ਜਦੋਂ ਥੋੜਾ ਥੋੜਾ ਉਹ ਗੁੱਟ ਬਣ ਗਏ, ਆਪਣਾ ਅਲੱਗ-ਅਲੱਗ ਰਾਜਾਈ ਦੇ, ਤੇ ਉਹਦੇ 'ਚ ਫਿਰ ਆਪਸ 'ਚ ਹੀ ਮਤਭੇਦ ਹੋਣ ਕਰਕੇ, ਮੈਂ ਮਤਭੇਦ ਕਹਿ ਰਿਹਾ ਜੀ, ਮਤਭੇਦ ਹੋਣ ਕਰਕੇ ਫਿਰ ਇੱਕ ਦੋ ਦੇ ਰਾਜਾਈ ਨੂੰ ਸਹਿਣ ਨਹੀਂ ਕਰ ਸਕਦੇ ਸੀ, ਤੇ ਉਹਦਾ ਫਾਇਦਾ ਉਠਾ ਲਿਆ ਫਿਰ ਪਹਿਲੇ ਮੁਸਲਿਮ ਇਨਵੇਡਰਸ ਨੇ, ਔਰ ਉਸ ਤੋਂ ਬਾਅਦ ਬ੍ਰਿਟਿਸ਼ ਇਨਵੇਡਰਸ। ਲੇਕਿਨ ਬੜੇ ਆਪਣੇ ਉਹਨਾਂ ਨੇ ਆਪਣੇ ਢੰਗ ਨਾਲ ਆ ਕਰਕੇ ਰਾਜ ਕੀਤਾ। ਔਰ ਬਹੁਤ ਸਾਰਾ ਹਿਸਟਰੀ 'ਚ ਥੋੜ੍ਹੀ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਜ਼ਿਆਦਾ ਇਸ ਪ੍ਰੋਗਰਾਮ 'ਚ ਨਹੀਂ ਦੱਸਦੇ। ਦੁਨੀਆ ਜਾਣਦੀ ਹੈ ਇਸ ਚੀਜ਼ ਨੂੰ। ਅੱਜ ਬਾਬਰੀ ਮਸਜਿਦ, ਉਹਦੀ ਜਗ੍ਹਾ ਪਰ ਉੱਥੇ ਰਾਮ ਮੰਦਰ ਬਣਾਉਣਾ ਚਾਹੁੰਦੇ ਆ। ਇਸੇ ਤਰ੍ਹਾਂ ਹੀ ਹੁਣ ਉਹ ਕੀ ਨਾਂ ਇਹਦਾ, ਮਥੁਰਾ 'ਚ ਉੱਥੇ ਵੀ ਕੋਈ ਮਸਜਿਦ ਬਣਾਈ ਹੋਈ ਆ, ਉਹ ਵੀ ਉਹਦੀ ਜਗ੍ਹਾ ਸ਼੍ਰੀ ਕ੍ਰਿਸ਼ਨ ਦਾ ਮੰਦਰ ਬਣਾਉਣਾ ਚਾਹੁੰਦੇ ਆ। ਮਤਲਬ ਕਹਿਣ ਦਾ ਹੀ ਕਿ ਹਿਸਟੋਰੀਕਲ ਕਈ ਗੱਲਾਂ ਇਹੋ ਜਿਹੀਆਂ ਹੈਗੀਆਂ। ਔਰ ਇੱਕ ਅੰਗਰੇਜ਼ਾਂ ਦਾ ਇੱਕ ਵਾਇਸਰਾਏ ਹੋਇਆ, ਤੇ ਉਹਦਾ ਸੋਚ ਕਿਆ ਸੀ, if you want to rule any country, destroy their culture first। उनकी सभ्यता को ही ख़त्म करो,
और सभ्यता को ख़त्म करने के कई तरीके उन्होंने ढूंढ लिए। हिस्ट्री को तोड़ मरोड़ कर रख दिया। तो इसके कारण जो हिस्ट्री पढ़ाਉਂਦੇ ਨੇ, ਅਸੀਂ ਜਦੋਂ ਪੜ੍ਹਦੇ ਸੀ ਸਾਨੂੰ ਗੋਲਡਨ ਹਿਸਟਰੀ ਕਹਿੰਦੇ ਸੀ ਉਹ ਅੰਗਰੇਜ਼ਾਂ ਦੇ ਟਾਈਮ ਦੀ। ਇਸੇ ਤਰ੍ਹਾਂ ਹੀ ਮੁਸਲਿਮ ਹਿਸਟਰੀ, ਮੁਸਲਿਮ ਰੂਲਰਸ ਜਦੋਂ ਹੈਗੇ ਸੀ, ਤੇ ਹਰ ਇੱਕ ਜੋ ਵੀ ਰਾਜਾ ਹੁੰਦਾ ਈ ਉਹ ਆਪਣੇ ਢੰਗ ਨਾਲ ਸਾਰਾ ਆਪਣਾ ਕਾਰੋਬਾਰ ਕਰਦਾ, ਉਹਦੀ ਹਿਸਟਰੀ ਬਣਦੀ ਹੈ। ਔਰ ਕੋਸ਼ਿਸ਼ ਇਹੀ ਹੁੰਦੀ ਹੈ ਹਿਸਟੋਰੀਅਨ ਜੋ ਲਿਖਦੇ ਨੇ ਉਸ ਵੇਲੇ ਕਿ ਉਸ ਰਾਜਾ ਦੀ ਖੂਬ ਮਹਿਮਾ ਕਰਨਗੇ, ਜੋ ਵੀ ਰੂਲਰਸ ਹੋਣਗੇ ਉਹਨਾਂ ਦੀ ਮਹਿਮਾ ਬਹੁਤ। ਔਰ ਦੂਸਰੇ ਜੋ ਪਹਿਲੇ ਹੋ ਗਏ, ਇਸ ਕਰਕੇ ਤੁਹਾਨੂੰ ਨਾ ਸਤਯੁਗ ਦੇ ਤ੍ਰੇਤਾ ਦੇ ਦੇਵੀ ਦੇਵਤਿਆਂ ਦੀ ਕੋਈ ਹਿਸਟਰੀ ਮਿਲੇਗੀ। ਦੁਆਪਰ ਯੁੱਗ 'ਚ ਵੀ ਬਹੁਤ ਸਾਰੇ ਅੱਛੇ ਜੋ ਰਾਜਾ ਮਹਾਰਾਜਾ ਹੋ ਗਏ, ਉਹ ਵੀ ਬੜੀ ਮੁਸ਼ਕਿਲ ਉਹਨਾਂ ਦੀ ਕੋਈ ਮੰਦਰ ਜਾਂ ਇਹ ਪੇਂਟਿੰਗਸ ਉਹ ਮਿਲ ਜਾਣ ਤੇ ਜ਼ਿਆਦਾਤਰ ਅੰਗਰੇਜ਼ਾਂ ਨੇ ਆਪਣਾ ਉਹ ਬੋਲਬਾਲਾ ਰੱਖਿਆ। ਜੀ ਤੇ ਅਗਰ ਤੁਹਾਡੇ ਕੋਲ 2 ਮਿੰਟ ਹੈ ਤੇ 2 ਮਿੰਟ 'ਚ ਥੋੜਾ ਯੋਗ ਤੁਸੀਂ ਅੱਜ 2 ਮਿੰਟ 'ਚ ਯੋਗ ਤੇ ਬੜਾ ਸਹਿਜ ਜਿਹੀ ਗੱਲ ਹੈ ਨਾ, ਸਹਿਜ ਰਾਜਯੋਗ ਤੇ ਰਾਜਯੋਗ ਮਨ ਦੀ ਗੱਲ ਹੈ ਸਾਰੀ। ਸਾਰੇ ਕਰਮ ਇੰਦਰੀਆਂ 'ਚ ਮਨ ਜਿਹੜਾ ਹੀ ਉਹ ਰਾਜਾ ਹੀ। ਤੇ ਇਸ ਕਰਕੇ ਬਾਬਾ ਨੇ ਵੀ ਕਿਹਾ ਕਿ ਜਦੋਂ ਸਹਿਜ ਰਾਜ ਯੋਗ ਦਾ ਅਭਿਆਸ ਕਰਨਾ ਤੇ ਮਨ ਮੇਰੇ ਨਾਲ ਲਗਾਓ। ਮਨ ਮਨਾ ਭਵ। ਤੇ ਮਨ ਨੂੰ ਸ਼ਿਵ ਬਾਬਾ ਦੇ ਨਾਲ ਲਗਾਉਣ ਦਾ ਸਹਿਜ ਤਰੀਕਾ ਹੀ ਇਹ ਹੈ ਕਿ ਆਪਣੇ ਆਪ ਯਾਦ ਦਿਲਾਈਏ ਆਪਣੇ ਆਪ ਨੂੰ ਕਿ ਅਸੀਂ ਦੇਹ 'ਚ ਹੁੰਦੇ ਹੋਏ ਵੀ ਦੇਹ ਤੋਂ ਨਿਆਰੇ ਔਰ ਸ਼ੁੱਧ ਆਤਮਾ, शांत स्वरूप आत्मा, ज्योति स्वरूप आत्मा और शिव परमात्मा दी संतान, वो भी ज्योति स्वरूप, शांति दे सागर, प्रेम दे सागर, आनंद दे सागर, साढ़े अनादि अविनाशी परम प्रिय परम पिता परम शिक्षक परम सतगुरु परमात्मा शिव बाबा है। तो उन्होंने दे नाल असी जिगरी प्यार रखते क्योंकि सानू फिर आ करके ज्ञान की रोशनी दिती है और उस रोशनी के आधार नाल सानू एक नया लक्ष्य जीवन च मिल गया कि असी फिर अपने कर्मां च श्रेष्ठता लाइए ताकि फिर मनुष्य तो देवता बन जाए। तो हुण यही मन च पक्का करो कि असी परम पिता परमात्मा शिव दे बच्चे पवित्र स्वरूप ज्योति स्वरूप या साली आत्मा है और आज पूजनीय बनने का सहज साधन यही है। ओम शांति।